ਮੈਂ ਹਰਵਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ GGD SG ਕਾਲਜ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ 11ਵੀਂ ਜਮਾਤ ਦੇ ਪਾਠਕ੍ਰਮ ਅਤੇ ਪ੍ਰਸ਼ਨ ਪੱਤਰ ਦੀ ਰੂਪਰੇਖਾ ਬਾਰੇ ਗੱਲ ਕਰਾਂਗੀ। 11ਵੀਂ ਕਲਾਸ ਦਾ ਪੇਪਰ ਕੁੱਲ 100 ਅੰਕ ਦਾ ਹੋਏਗਾ, ਜਿਹਦੇ ਵਿੱਚੋਂ ਲਿਖਤੀ 80 ਅੰਕ ਦੇ ਹੋਣਗੇ ਅਤੇ 20 ਨੰਬਰ ਦੀ ਅਧਿਆਪਕ ਇੰਟਰਨਲ ਅਸੈਸਮੈਂਟ ਭੇਜੇਗਾ। ਜਿਹੜੇ 5 ਨੰਬਰ ਹੈ ਉਹ ਵਿਦਿਆਰਥੀ ਨੂੰ ਉਸਦੀ ਸੁੰਦਰ ਲਿਖਾਈ ਦੇਖ ਕੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਿਲੇਬਸ ਵਿੱਚ ਪੰਜਾਬੀ ਲੋਕ ਸਾਹਿਤ ਲੱਗਾ ਹੋਇਆ ਹੈ, ਜਿਹਦੇ ਵਿੱਚ ਲੋਕ ਗੀਤ ਅਤੇ ਲੋਕ ਕਥਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਸ ਨਾਲ ਸੰਬੰਧਿਤ ਪ੍ਰਸ਼ਨ ਦੇ ਅੰਕ ਜਿਹੜੇ ਹੈ ਉਹ 27 ਨੰਬਰ ਦੇ ਹੋਣਗੇ। ਇਸ ਤੋਂ ਇਲਾਵਾ ਪੇਪਰ ਵਿੱਚ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਹੋਵੇਗਾ, ਤਕਨੀਕੀ ਸ਼ਬਦਾਵਲੀ, ਜਿਹਦੇ ਵਿੱਚ ਬੈਂਕ, ਰੇਲਵੇ, ਡਾਕ, ਕੰਪਿਊਟਰ ਅਤੇ ਬੀਮਾ ਸੇਵਾਵਾਂ ਨਾਲ ਸੰਬੰਧਿਤ ਵਾਕਾਂ ਵਿੱਚ ਵਰਤੋਂ ਕਰਨੀ ਹੋਵੇਗੀ। ਇਹ 18 ਨੰਬਰ ਦਾ ਹੋਵੇਗਾ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਲਿਖਣ ਦਾ ਹੁਨਰ ਭਾਵ ਅਖਬਾਰ ਦੇ ਸੰਪਾਦਕ ਨੂੰ ਪੱਤਰ, ਇਸ਼ਤਿਹਾਰ ਜਾਂ ਸੱਦਾ ਪੱਤਰ ਅਤੇ ਪੈਰਾ ਰਚਨਾ ਹੋਵੇਗਾ, ਜਿਹਦੇ ਕਿ 18 ਅੰਕ ਹੋਣਗੇ। ਇਸ ਤੋਂ ਇਲਾਵਾ ਪੇਪਰ ਵਿੱਚ ਮੁਹਾਵਰੇ ਆਉਣਗੇ, ਜਿਸ ਦੇ ਅੰਕ 12 ਹੋਣਗੇ। ਇਹਨਾਂ ਦੱਸੇ ਹੋਏ ਅੰਕਾਂ ਨੂੰ ਮਿਲਾ ਕੇ ਲਿਖਤੀ ਰੂਪ ਵਿੱਚ ਅੰਕ ਜਿਹੜੇ ਹੈ ਉਹ 80 ਨੰਬਰ ਦਾ ਪੇਪਰ ਹੋਵੇਗਾ। ਪੇਪਰ ਵਿੱਚ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਸੁੰਦਰ ਲਿਖਾਈ ਲਈ 5 ਨੰਬਰ ਨਿਰਧਾਰਿਤ ਕੀਤੇ ਗਏ ਹਨ, ਜਿਹਦੇ ਵਿੱਚ ਕਿ ਵਿਦਿਆਰਥੀਆਂ ਨੇ ਸੁੰਦਰ ਲਿਖਾਈ ਵਿੱਚ ਅੱਖਰਾਂ ਦੇ ਸ਼ਬਦਾਂ ਦਾ ਸਹੀ ਆਕਾਰ, ਸਪਸ਼ਟਤਾ, ਨਿਸ਼ਚਿਤ ਦੂਰੀ, ਲਿਖਣ 'ਚ ਇਕਸਾਰਤਾ, ਸ਼ਬਦ ਜੋੜ, ਸ਼ੁੱਧਤਾ, ਇਹਨਾਂ ਗੱਲਾਂ ਵੱਲ ਧਿਆਨ ਦੇਣਾ ਹੋਵੇਗਾ। ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਦੇ ਕੁੱਲ 9 ਪ੍ਰਸ਼ਨ ਹੋਣਗੇ, ਜਿਹੜੇ ਕਿ ਵਿਦਿਆਰਥੀਆਂ ਨੂੰ ਸਾਰੇ ਕਰਨੇ ਲਾਜ਼ਮੀ ਹੋਣਗੇ। ਹੁਣ ਮੈਂ ਦੱਸਣ ਜਾ ਰਹੀ ਹਾਂ ਕਿ ਪ੍ਰਸ਼ਨ ਕਿਸ ਤਰ੍ਹਾਂ ਦੇ ਆਉਣਗੇ। ਪ੍ਰਸ਼ਨ ਨੰਬਰ 1 ਦੇ ਭਾਗ ਵਿੱਚ ਵਿਦਿਆਰਥੀਆਂ ਨੂੰ ਊੜਾ ਐੜਾ ਈੜੀ ਸੱਸਾ ਹਾਹਾ ਭਾਵ 5 ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਗੇ। ਊੜੇ ਭਾਗ ਵਿੱਚ ਜਿਹੜੇ ਪ੍ਰਸ਼ਨ ਹੈ ਉਹ ਪੰਜਾਬੀ ਲੋਕ ਸਾਹਿਤ ਨਾਲ ਸੰਬੰਧਿਤ ਹੋਣਗੇ, ਜਿਹਦੇ 2 ਅੰਕ ਹੋਣਗੇ। ਇਸ ਦੇ ਵਿੱਚ ਬਹੁ ਚੋਣ, ਠੀਕ ਜਾਂ ਗਲਤ ਜਾਂ ਖਾਲੀ ਥਾਂ ਭਰਨ ਲਈ ਹੋਵੇਗੀ, ਜਾਂ 1-2 ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ ਹੋ ਸਕਦੇ ਹਨ। ਐੜੇ ਭਾਗ ਵਿੱਚ ਜਿਹੜਾ ਹੈ ਕਿ ਲੋਕ ਗੀਤ ਨਾਲ ਸੰਬੰਧਿਤ ਕੁਐਸਚਨ ਹੋਣਗੇ, ਜਿਹਦੇ ਕਿ 2 ਅੰਕ ਹੋਣਗੇ। ਦੋਨੋਂ ਪ੍ਰਸ਼ਨ ਨਿਰਧਾਰਿਤ ਪਾਠ ਸਮੱਗਰੀ ਦੇ ਆਧਾਰ 'ਤੇ ਪੁੱਛੇ ਜਾਣਗੇ, ਮਤਲਬ ਜੋ ਤੁਹਾਡੀ ਕਿਤਾਬ ਵਿੱਚ ਤੁਹਾਨੂੰ ਪੜ੍ਹਾਇਆ ਜਾਏਗਾ, ਜੋ ਦਿੱਤਾ ਹੋਏਗਾ, ਉਸ ਦੇ ਆਧਾਰ 'ਤੇ ਹੀ ਹੋਣਗੇ। ਭਾਗ ਈੜੀ ਵਿੱਚ ਲੋਕ ਕਥਾਵਾਂ ਨਾਲ ਸੰਬੰਧਿਤ ਪ੍ਰਸ਼ਨ ਹੋਣਗੇ। 2 ਅੰਕ ਦੇ 2 ਪ੍ਰਸ਼ਨ ਪਾਤਰਾਂ ਸੰਬੰਧੀ ਪੁੱਛੇ ਜਾਣਗੇ। ਸੱਸੇ ਭਾਗ ਵਿੱਚ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਹੋਵੇਗਾ, ਜਿਹਦੇ ਕਿ 2 ਅੰਕ ਹੋਣਗੇ। ਇਸ ਵਿੱਚ ਸਿੱਧਾ ਅਰਥ ਪੁੱਛਣਾ, ਬਹੁ ਚੋਣ ਜਾਂ ਮਿਲਾਨ ਕਰਨਾ ਭਾਵ
ਤਕਨੀਕੀ ਸ਼ਬਦਾਵਲੀ ਦੇ ਆਧਾਰਿਤ 2 ਪ੍ਰਸ਼ਨ ਇੱਕ ਅੰਕ ਦੇ ਪੁੱਛੇ ਜਾਣਗੇ। ਹਾਹਾ ਭਾਗ ਵਿੱਚ ਮੁਹਾਵਰੇ ਹੋਣਗੇ ਜਿਸ ਦੇ 2 ਅੰਕ ਹੋਣਗੇ। 1 ਅੰਕ ਵਰਤੋਂ ਸਥਿਤੀ ਦੱਸ ਕੇ ਢੁਕਵਾਂ ਮੁਹਾਵਰਾ ਲਿਖਣਾ, ਭਾਵ 1 ਅੰਕ ਮੁਹਾਵਰੇ ਦੇ ਅਰਥ ਨਾਲ ਬਹੁਚੋਣੀ ਪ੍ਰਸ਼ਨ 'ਚੋਂ ਠੀਕ ਅਰਥ ਲਿਖਣ ਲਈ ਹੋਵੇਗਾ। ਭਾਵ ਜੋ ਪ੍ਰਸ਼ਨ ਪਹਿਲਾ ਹੈ ਜਿਸ ਦੇ ਵਿੱਚ ਊੜਾ ਐੜਾ ਈੜੀ ਸੱਸਾ ਹਾਹਾ 5 ਭਾਗ ਹਨ, ਇਸ ਦੇ 10 ਅੰਕ ਹੋਣਗੇ। ਪ੍ਰਸ਼ਨ ਨੰਬਰ 2 ਵਿੱਚ ਪੰਜਾਬੀ ਪਾਠ ਪੁਸਤਕ ਵਿੱਚ ਲੋਕ ਗੀਤਾਂ ਬਾਰੇ ਦਿੱਤੇ ਪਾਠ ਅਭਿਆਸਾਂ ਦੇ ਪ੍ਰਸ਼ਨਾਂ ਵਿੱਚੋਂ ਕੋਈ 4 ਪ੍ਰਸ਼ਨ ਦੇ ਕੇ 2 ਦਾ ਉੱਤਰ ਲਿਖਣ ਲਈ ਕਿਹਾ ਜਾਵੇਗਾ। ਭਾਵ 5 ਨੰਬਰ ਦਾ ਇੱਕ ਕੁਐਸਚਨ ਹੋਏਗਾ, 2 ਕਰਨੇ ਹਨ। ਸੋ ਦੂਜਾ ਪ੍ਰਸ਼ਨ ਜਿਹੜਾ ਆ ਉਹ 10 ਅੰਕ ਦਾ ਹੋਵੇਗਾ। ਤੀਜੇ ਪ੍ਰਸ਼ਨ ਵਿੱਚ ਪੰਜਾਬੀ ਪਾਠ ਪੁਸਤਕ ਵਿੱਚ ਲੋਕ ਗੀਤਾਂ 'ਚੋਂ ਕੋਈ ਇੱਕ ਕਾਵ ਅੰਸ਼ ਦੇ ਕੇ ਉਸ ਦੇ 4 ਅੰਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ, ਜਿਹੜੇ ਕਿ 4 ਅੰਕ ਦੇ ਹੋਣਗੇ। ਪ੍ਰਸ਼ਨ ਨੰਬਰ 4 ਵਿੱਚ ਪੰਜਾਬੀ ਪਾਠ ਪੁਸਤਕ ਵਿੱਚ ਦਿੱਤੀਆਂ ਵੱਖ-ਵੱਖ ਵੰਨਗੀਆਂ ਦੀਆਂ ਲੋਕ ਕਥਾਵਾਂ ਵਿੱਚੋਂ 2 ਦੇ ਨਾਂ ਦੇ ਕੇ ਕਿਸੇ ਇੱਕ ਕਥਾ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖਣ ਲਈ ਕਿਹਾ ਜਾਵੇਗਾ, ਜੋ ਕਿ 7 ਅੰਕ ਦਾ ਹੋਵੇਗਾ। ਪ੍ਰਸ਼ਨ ਨੰਬਰ 5 ਵਿੱਚ 2 ਭਾਗ ਹੋਣਗੇ, ਊੜਾ ਤੇ ਐੜਾ। ਊੜੇ ਭਾਗ ਵਿੱਚ ਪਾਠ ਪੁਸਤਕ ਵਿੱਚ ਦਿੱਤੀ ਗਈ ਤਕਨੀਕੀ ਸ਼ਬਦਾਵਲੀ ਵਿੱਚੋਂ 10 ਸ਼ਬਦ ਦੇ ਕੇ ਕਿਸੇ 6 ਦੇ ਅਰਥ ਲਿਖਣ ਲਈ ਕਿਹਾ ਜਾਵੇਗਾ, ਜਿਸ ਦੇ 6 ਅੰਕ ਹੋਣਗੇ। 5ਵੇਂ ਦੇ ਐੜੇ ਭਾਗ ਵਿੱਚ ਪਾਠ ਪੁਸਤਕ ਦੇ ਦਿੱਤੇ ਗਏ ਬੈਂਕ, ਰੇਲਵੇ, ਡਾਕ ਅਤੇ ਬੀਮਾ ਸੇਵਾਵਾਂ ਅਤੇ ਕੰਪਿਊਟਰ ਨਾਲ ਸੰਬੰਧਿਤ 8 ਵਾਕ ਦੇ ਕੇ ਕੋਈ 5 ਵਾਕਾਂ ਦਾ ਪੰਜਾਬੀ ਅਨੁਵਾਦ ਲਿਖਣ ਲਈ ਕਿਹਾ ਜਾਵੇਗਾ, ਜਿਸ ਦੇ 10 ਅੰਕ ਹੋਣਗੇ। ਪ੍ਰਸ਼ਨ ਨੰਬਰ 6ਵੇਂ ਵਿੱਚ ਕਿਸੇ ਮਸਲੇ ਜਾਂ ਘਟਨਾ ਸੰਬੰਧੀ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣ ਲਈ 2 ਵਿਸ਼ੇ ਦੇ ਕੇ ਕਿਸੇ ਇੱਕ ਬਾਰੇ ਲਿਖਣ ਲਈ ਕਿਹਾ ਜਾਵੇਗਾ, ਜਿਸ ਦੇ 7 ਅੰਕ ਹੋਣਗੇ। ਪ੍ਰਸ਼ਨ ਨੰਬਰ 7 ਵਿੱਚ ਪੰਜਾਬੀ ਪਾਠ ਪੁਸਤਕ ਵਿੱਚ ਦਿੱਤੀਆਂ ਵੰਨਗੀਆਂ ਅਨੁਸਾਰ ਇੱਕ ਇਸ਼ਤਿਹਾਰ ਜਾਂ ਸੱਦਾ ਪੱਤਰ ਲਿਖਣ ਲਈ ਕਿਹਾ ਜਾਵੇਗਾ, ਜਿਸ ਦੇ 5 ਅੰਕ ਹੋਣਗੇ। ਪ੍ਰਸ਼ਨ ਨੰਬਰ 8 ਵਿੱਚ ਕੋਈ 3 ਵਿਸ਼ੇ ਦੇ ਕੇ ਕਿਸੇ ਇੱਕ ਵਿਸ਼ੇ ਬਾਰੇ ਲਗਭਗ 15 ਸ਼ਬਦਾਂ ਦੀ ਪੈਰਾ ਰਚਨਾ ਕਰਨ ਲਈ ਕਿਹਾ ਜਾਵੇਗਾ, ਜੋ ਕਿ 6 ਅੰਕ ਦਾ ਹੋਵੇਗਾ। ਪ੍ਰਸ਼ਨ ਨੰਬਰ 9 ਵਿੱਚ ਪੰਜਾਬੀ ਪਾਠ ਪੁਸਤਕ ਵਿੱਚੋਂ ਕੋਈ 7 ਮੁਹਾਵਰੇ ਦੇ ਕੇ ਕਿਸੇ 5 ਨੂੰ ਵਾਕਾਂ ਵਿੱਚ ਵਰਤਣ ਲਈ ਕਿਹਾ ਜਾਵੇਗਾ, ਜਿਸ ਦੇ 10 ਅੰਕ ਹੋਣਗੇ। ਧੰਨਵਾਦ।